ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੀ ਆਨਲਾਈਨ ਪਲੇਟਫਾਰਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਰੀਜ਼ਨਿੰਗ ਦਾ ਥਰਡ ਪ੍ਰੈਕਟਿਸ ਸੈੱਟ ਡਿਸਕਸ ਕਰਨਾ ਹੈ ਔਰ ਇਸ ਪ੍ਰੈਕਟਿਸ ਸੈੱਟ ਦੇ ਵਿੱਚ ਆਪਾਂ ਜਿਹੜੇ ਅਗੇਨ 10 ਕੁਐਸਚਨ ਡਿਸਕਸ ਕਰਾਂਗੇ। ਅਗਰ ਤੁਹਾਨੂੰ ਮੇਰੇ ਵੱਲੋਂ ਦਿੱਤੀਆਂ ਜਾ ਰਹੀਆਂ ਵੀਡੀਓਜ਼ ਅੱਛੀਆਂ ਲੱਗ ਰਹੀਆਂ ਹੋਣ ਤਾਂ ਤੁਸੀਂ ਵੱਧ ਤੋਂ ਵੱਧ ਇਸ ਵੀਡੀਓਜ਼ ਨੂੰ ਸ਼ੇਅਰ ਕਰਨਾ। ਇਹ ਵੀਡੀਓ ਦੇ ਵਿੱਚ ਅਗੇਨ ਆਪਾਂ ਟਾਈਮਰ ਦੇ ਨਾਲ ਡਿਸਕਸ਼ਨ ਕਰਾਂਗੇ ਔਰ ਜੋ ਅੱਜ ਦਾ ਪਾਰਟਿਕੂਲਰ ਲੈਕਚਰ ਹੋਏਗਾ ਨਾ, ਇਹਦੇ ਵਿੱਚ ਜਿਹੜੇ ਕੁਐਸਚਨ ਹੈ ਉਹ ਥੋੜ੍ਹੇ ਜਿਹੇ ਪਜ਼ਲ ਟਾਈਪ ਕੁਐਸਚਨ ਹੈ, ਜਿਸ ਦੇ ਨਾਲ ਹੋਏਗਾ ਕਿ ਅਗਰ ਮੈਂ ਤੁਹਾਨੂੰ ਸਟਾਰਟਿੰਗ 'ਤੇ 2 ਮਿੰਟ ਦੇ ਦਿੰਦਾ ਦੈਨ ਤੁਹਾਡੇ 2 ਜਾਂ 3 ਕੁਐਸਚਨ ਈਜ਼ਲੀ ਅਟੈਂਪਟ ਹੋ ਜਾਣਗੇ। ਤਾਂ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ। ਤੁਸੀਂ ਕੁਇਜ਼ ਨੂੰ ਅਖੀਰ ਤੱਕ ਅਟੈਂਪਟ ਜ਼ਰੂਰ ਕਰਨਾ ਹੈ ਔਰ ਆਪਣੀ ਰਿਵਿਊਜ਼ ਹੈ, ਜਿਹੜੇ ਇੰਪੋਰਟੈਂਟ ਫੀਡਬੈਕ ਹੈ, ਮੇਰੇ ਨਾਲ ਸ਼ੇਅਰ ਜ਼ਰੂਰ ਕਰਨੀ ਹੈ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਫਸਟ ਕੁਐਸਚਨ ਤੋਂ। ਤੁਹਾਡਾ ਟਾਈਮ ਸਟਾਰਟ ਹੋਣ ਹੁੰਦਾ ਜੀ, ਕਰੋ ਸ਼ੁਰੂ। ਤੁਹਾਡੇ ਕੋਲ 2 ਮਿੰਟ ਦਾ ਟਾਈਮ ਹੈ ਜੀ ਇਸ ਕੁਐਸਚਨ ਦੇ ਲਈ। ਪਜ਼ਲ ਕਰਨ ਲੱਗਿਆ ਧਿਆਨ ਰੱਖਿਓ ਕਿ ਇੱਥੇ ਜਿਹੜੇ ਨੰਬਰ ਆਫ ਪਰਸਨ ਹੈ 6 ਫੈਮਿਲੀ ਮੈਂਬਰ ਹੈ ਪਲੱਸ ਇੱਕ ਹੋਰ ਆਏਗਾ, ਟੋਟਲ 7 ਬਣਨਗੇ। ਹਾਂਜੀ, ਕੁਇਕ ਤੁਹਾਡਾ ਟਾਈਮ ਬਸ ਓਵਰ ਹੋ ਚੱਲਾ। ਹਾਂਜੀ ਡਨ, 2 ਮਿੰਟ ਓਵਰ ਹੁੰਦੇ ਆ। ਕੁਐਸਚਨ ਕੀ ਹੈ, ਇਨ ਅ ਫੈਮਿਲੀ ਦੇਰ ਆਰ 6 ਮੈਂਬਰਸ, ਕਿਊ ਇਜ਼ ਦਾ ਬ੍ਰਦਰ ਆਫ ਐਨ। ਤਾਂ ਜੋ ਕਹਿ ਰਿਹਾ ਉਹ ਮੈਂ ਲਿਖੀ ਜਾਊਂਗਾ। ਫਸਟ ਆਫ ਆਲ ਕਿਊ ਇਜ਼ ਦਾ ਬ੍ਰਦਰ ਆਫ ਐਨ, ਤਾਂ ਕਿਊ ਇਜ਼ ਦਾ ਬ੍ਰਦਰ ਆਫ ਐਨ। ਐਨ ਹੈਜ਼ ਓਨਲੀ 2 ਚਿਲਡਰਨ, ਐਨ ਦੇ ਸਿਰਫ 2 ਹੀ ਬੱਚੇ ਹੈ, ਤਾਂ ਐਨ ਦੇ 2 ਬੱਚੇ ਆਪਾਂ ਇੱਥੇ ਲਿਖ ਲਏ। E is the brother of Y, E is the brother of Y. R is the grandfather of P, R is the grandfather of P. S is the sister-in-law of Y, ਇਹਦਾ ਮਤਲਬ E ਮੈਰਿਡ ਹੈ, ਉਹਦੀ ਵਾਈਫ ਹੈ ਜਿਹੜੀ ਉਹ ਕੌਣ ਆ ਗਈ, S ਆ ਗਈ। ਇਹਦਾ ਮਤਲਬ ਇਹ ਹੈ ਕਿ ਅਗਰ R ਉਹਨਾਂ ਦੇ ਗ੍ਰੈਂਡ ਫਾਦਰ ਬਣ ਰਹੀ ਹੈ, ਅਤੇ ਇਹਦਾ ਮਤਲਬ ਇਹਨਾਂ ਦੋਵਾਂ ਦਾ ਬੇਟਾ ਜਾਂ ਬੇਟੀ ਹੈ ਉਹ ਕੌਣ ਹੋਏਗਾ, ਉਹ ਪੀ ਹੋਏਗਾ। ਠੀਕ ਹੈ, ਪੀ ਆ ਗਿਆ। ਦੇਰ ਇਜ਼ ਨੋ ਸਿੰਗਲ ਪੇਰੈਂਟ ਇਨ ਦਾ ਫੈਮਿਲੀ। ਉਸ ਤੋਂ ਬਾਅਦ ਉਹਨੇ ਕੀ ਕਿਹਾ, ਦੇਰ ਆਰ ਓਨਲੀ 3 ਫੀਮੇਲ ਮੈਂਬਰਸ ਇਨ ਏ ਗਰੁੱਪ ਆਫ ਫੈਮਿਲੀ। ਤਾਂ ਹੁਣ ਤੁਸੀਂ ਦੇਖੋ ਇੱਥੇ ਕੌਣ ਆ ਜਾਏਗਾ, ਇਹਨਾਂ ਦੀ ਮੈਰਿਜ ਕਿਹਦੇ ਨਾਲ ਹੋਗੀ, ਐਨ ਦੀ ਮੈਰਿਜ ਫਿਰ ਕਿਹਦੇ ਨਾਲ ਹੋਗੀ, ਆਰ ਦੇ ਨਾਲ ਮੈਰਿਜ ਹੋਗੀ। ਠੀਕ ਹੈ ਜੀ। ਹੁਣ ਉਹਨੇ ਪੁੱਛਿਆ ਪਹਿਲਾ ਕੁਐਸਚਨ ਆ ਤੁਹਾਡੇ ਕੋਲ ਡਾਇਗਰਾਮ ਬਣ ਕੇ ਤਿਆਰ ਹੈ, ਹਾਊ ਇਜ਼ ਐਸ ਰਿਲੇਟਿਡ ਟੂ ਐਨ। ਤਾਂ ਐਸ ਹੈ ਜਿਹੜੀ ਉਹਨਾਂ ਦੀ ਨੂੰਹ ਲੱਗੀ, ਤਾਂ ਮਤਲਬ ਡੋਟਰ ਇਨ ਲਾ। ਤਾਂ ਆਪਸ਼ਨ ਨੰਬਰ ਫਸਟ ਹੈ ਬਿਲਕੁਲ ਕਰੈਕਟ ਆਪਣਾ ਆਨਸਰ ਆ ਗਿਆ, ਬਿਕੋਜ਼ ਐਨ ਔਰ ਆਰ ਦਾ ਜਿਹੜਾ ਬੇਟਾ ਸੀ ਉਹ ਈ ਸੀ, ਈ ਦੀ ਵਾਈਫ ਐਸ ਹੈ, ਤਾਂ ਐਸ ਉਹਨਾਂ ਦੀ ਨੂੰਹ ਲੱਗੀ। ਨੈਕਸਟ ਕੁਐਸਚਨ ਹੈ, ਇੰਨੇ ਫੈਮਿਲੀ ਸੇਮ ਕੁਐਸਚਨ ਦੇ ਵਿੱਚ ਜੀ, ਤਾਂ ਹੀ ਮੈਂ ਤੁਹਾਨੂੰ 2 ਮਿੰਟ ਦਿੱਤੇ ਸੀ।
ਹੂ ਅਮੰਗ ਦਾ ਫੋਲੋਇੰਗ ਪਰਸਨ ਇਜ਼ सन इन लॉ ऑफ आर ਦਾ ਜਿਹੜਾ सन इन लॉ ਕੌਣ ਹੈ? ਤਾਂ ਦੇਖੋ ਆਰ ਹੈ ਜਿਹੜਾ, ਆਰ ਦਾ सन इन लॉ ਤਾਂ ਹੋ ਹੀ ਨਹੀਂ ਸਕਦਾ, ਬਿਕੋਜ਼ ਇਹਦੀ ਤਾਂ ਕੋਈ ਮੈਰਿਜ ਦੀ ਕੋਈ ਗੱਲ ਹੀ ਨਹੀਂ ਹੋਈ ਹੈ ਨਾ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇੱਥੇ ਆ ਗਿਆ ਦੇਰ ਇਜ਼ ਨੋ ਸੱਚ ਪਰਸਨ, ਆਨਸਰ ਆ ਗਿਆ ਡੀ, ਦੇਰ ਇਜ਼ ਨੋ ਸੱਚ ਪਰਸਨ। ਠੀਕ ਹੈ ਜੀ। ਅਗਲਾ ਕੁਐਸਚਨ ਸ਼ੁਰੂ ਹੁੰਦਾ ਹੈ, ਅਗੇਨ ਤੁਹਾਡੇ ਕੋਲ 2 ਮਿੰਟ ਦਾ ਟਾਈਮ ਹੈ। डायरेक्शन का क्वेश्चन है, डू इट नाउ। क्वेश्चन ईजी है जी, ध्यान नाल करना है तुसी। हाँ जी, 10 सेकंड बचे हैं सिर्फ, क्वेश्चन ਨੂੰ अटैम्प्ट कर लो। हाँ जी देखो, क्वेश्चन सी किंग इज़ 5 सेंटीमीटर टू द नॉर्थ ईस्ट ऑफ क्वीन। लेट से कि ਇੱਥੇ ਆਪਾਂ ਇੱਕ ਪੁਆਇੰਟ ਅਜ਼ਿਊਮ ਕਰ ਲਈਏ, ਇਸ ਪੁਆਇੰਟ ਦੇ ਵਿੱਚ ਆ ਡਾਇਰੈਕਸ਼ਨ ਉੱਪਰ ਵਾਲੀ ਆਪਾਂ ਨੂੰ ਪਤਾ ਨੌਰਥ ਹੈ, ਆਹ ਵਾਲੀ ਡਾਇਰੈਕਸ਼ਨ ਈਸਟ ਹੈ। ਤਾਂ ਆਪਾਂ ਨੂੰ ਨੇ ਕੀ ਕਿਹਾ, ਜੋ ਕਿੰਗ ਹੈ ਉਹ ਕਿੰਗ ਹੈ ਜਿਹੜਾ ਉਹ 5 ਸੈਂਟੀਮੀਟਰ ਹੈ ਨੌਰਥ ਈਸਟ ਦੇ। किंग इज़ 5 सेंटीमीटर टू द नॉर्थ ईस्ट ऑफ क्वीन। ਇਹਦਾ ਮਤਲਬ ਇਹ ਹੋਇਆ ਕਿ ਇਸ ਜਗ੍ਹਾ ਤੇ ਆ ਗਈ ਕੁਈਨ ਔਰ ਇਸ ਜਗ੍ਹਾ ਤੇ ਕੀ ਆ ਗਿਆ, ਕਿੰਗ ਆ ਗਿਆ। ਔਰ ਇਹਨਾਂ ਦੋਵਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਕਿੰਨਾ ਹੈ, 5 ਸੈਂਟੀਮੀਟਰ ਦਾ। ਉਸ ਤੋਂ ਬਾਅਦ ਉਹਨੇ ਕਿਹਾ ਹੂ ਇਜ਼ 8 ਸੈਂਟੀਮੀਟਰ ਟੂ ਦ ਨੌਰਥ ਆਫ ਪੌਨ 1। ਹੂ ਮਤਲਬ ਮੈਂ ਲਾਸਟ ਟਾਈਮ ਵੀ ਗੱਲ ਕਹੀ ਸੀ ਤੁਹਾਨੂੰ ਕਿ ਹੂ ਮਤਲਬ ਕੁਈਨ ਇਜ਼ 8 ਸੈਂਟੀਮੀਟਰ ਟੂ ਦਾ ਨੌਰਥ ਆਫ ਪੌਨ 1। ਤਾਂ ਇੱਥੇ ਆਪਾਂ ਲੈ ਲਈਏ ਪੌਨ 1 ਔਰ ਇੱਥੇ ਇਹ ਹੋ ਗਿਆ 8 ਸੈਂਟੀਮੀਟਰ। ਦੈਨ ਉਸ ਤੋਂ ਬਾਅਦ ਨਾਈਟ ਇਜ਼ 8 ਸੈਂਟੀਮੀਟਰ ਟੂ ਦਾ ਨੌਰਥ ਆਫ ਬਿਸ਼ਪ। ਹੁਣ ਅੱਗੋਂ ਕੀ ਕਿਹਾ, ਬਿਸ਼ਪ ਇਜ਼ 7 ਸੈਂਟੀਮੀਟਰ ਟੂ ਦਾ ਈਸਟ ਆਫ ਪੌਨ 1। ਇੱਥੇ ਆ ਗਿਆ, ਮਾਰਕਰ ਚੇਂਜ ਕਰਕੇ ਮੈਂ ਐਕਸਪਲੇਨ ਕਰ ਦਿੰਦਾ ਜੀ। ਪੌਨ 1 ਦੇ 8 ਸੈਂਟੀਮੀਟਰ ਨੌਰਥ 'ਤੇ ਸੀਗਾ, ਨਾਈਟ ਹੈ। ਲੇਕਿਨ ਉਸ ਤੋਂ ਪਹਿਲਾਂ ਉਹਨੇ ਕਿਹਾ ਬਿਸ਼ਪ ਇਜ਼ 7 ਸੈਂਟੀਮੀਟਰ ਟੂ ਦਾ ਈਸਟ ਆਫ ਪੌਨ 1। ਅਤੇ ਇੱਧਰ ਕੌਣ ਆ ਗਿਆ, ਪੌਨ 1 ਦੇ ਇੱਧਰ ਆ ਗਿਆ 7 ਸੈਂਟੀਮੀਟਰ ਅਤੇ ਇੱਥੇ ਕੌਣ ਆ ਗਿਆ ਜੀ, ਇੱਥੇ ਆ ਗਿਆ ਬਿਸ਼ਪ, ਕਿਉਂਕਿ ਉਹਨੇ ਆਪ ਹੀ ਕਿਹਾ ਵੀ 7 ਸੈਂਟੀਮੀਟਰ ਹੈ ਪੌਨ 1 ਦੇ ਬਿਸ਼ਪ। ਅਤੇ ਇੱਧਰ ਆ ਗਿਆ, ਕਿਹੜੀ ਡਾਇਰੈਕਸ਼ਨ ਕਹੀ ਸੀ, ਈਸਟ ਸੀ, ਮੈਂ ਬਣਾਤੀ। ਹੁਣ ਉਹਨੇ ਕਿਹਾ ਨਾਈਟ ਇਜ਼ 8 ਸੈਂਟੀਮੀਟਰ ਟੂ ਦਾ ਨੌਰਥ ਆਫ ਬਿਸ਼ਪ। ਤਾਂ 8 ਇੱਧਰ ਦੋਨੋਂ ਪਾਸੇ 8 ਹੋ ਗਿਆ। ਅਤੇ ਇੱਥੇ ਕੌਣ ਆ ਗਿਆ, ਬਿਲਕੁਲ ਸਟ੍ਰੇਟ ਆਏਗਾ ਵੈਸੇ। ਅਤੇ ਇੱਥੇ ਕੌਣ ਆ ਗਿਆ ਆਪਣੇ, ਇੱਥੇ ਆ ਗਿਆ ਨਾਈਟ। ਠੀਕ ਹੈ ਜੀ, ਆ ਵੀ 8 ਹੈ
और आ भी अपने को 8 है। आ दोनों आपस में बराबर किवें है। उस तो बाद क्या ने पॉइंट 2 इज़ 6 सेंटीमीटर टू द ईस्ट ऑफ नाइट। ਇਹਦਾ मतलब ਆਪਾਂ फिर अगेन मार्कर चेंज करके इसनों समझ लें। जेड़ा 2 है इज़ 6 सेंटीमीटर टू द ईस्ट ऑफ नाइट। ਇਹਦਾ मतलब इस डायरेक्शन ते 6 सेंटीमीटर कौन हो गया, 0.2 हो गया। ठीक है जी, 0.2 हो गया। अपॉन 2 अपॉन 1 अब बिशप आ नाइट। हुण क्वेश्चन की पूछा गया मेरे को, पहला क्वेश्चन है वट इज़ द डिस्टेंस बिटवीन नाइट एंड 0.2। तो इनू समझ लो, वो कहना नाइट ते 0.2 दे विच डिस्टेंस किन्ना है। तो क्वीन ते 0.2 सॉरी क्वीन ते देखो क्वीन ते नाइट दे विच डिस्टेंस किन्ना सी 7, नाइट ते 0.2 च डिस्टेंस किन्ना सी 6। तो टोटल इत्थों लैके इत्थों तक मेरा डिस्टेंस किन्ना हो गया 7 + 6 हो गया ना 13। तो आंसर कितना आ गया, फस्ट का आंसर आ गया ए, मतलब 13 सेंटीमीटर। आ डायग्राम याद रखो इहदे नाल दा। फिर अगला क्वेश्चन ही है। अगला क्वेश्चन तो पूछा है इफ रुक इज़ टू द नॉर्थ ऑफ किंग दैन इन विच डायरेक्शन इज़ बिशप विद रिस्पेक्ट टू रुक। तो मैं 30 सैकेंड दिना जी, आपका डायग्राम देख के क्वेश्चन को अटैम्प्ट कर लो। क्वेश्चन है इफ रुक इज़ टू द नॉर्थ ऑफ किंग, रुक इज़ टू द नॉर्थ ऑफ किंग then in which direction is bishop with respect to rook। हाँ जी, टाइम ओवर होंगे। देखो इस डायग्राम के अकॉर्डिंग वो कहना अगर रुक है जेड़ा इफ रुक इज़ टू द नॉर्थ ऑफ किंग, किंग के नॉर्थ ते इत्थे कौन होवे रुक। उन्होंने पूछा की है, अपन ये पूछा कि बिशप विद रिस्पेक्ट टू रुक, बिशप की जी डायरेक्शन है वो किहड़ी होएगी। देखो बिशप है जेड़ा वो डाउनवर्ड्स है, अपन पता है। जे तो बिल्कुल नीचे होंदा तो आप कह देंगे साउथ, लेकिन वो बिल्कुल नीचे नहीं है, वो इधरली साइड है। ठीक है, वो किधरली साइड है, आ रहा इधरली साइड है। हुणे डायरेक्शन किहड़ी बन गई, बेसिकली ये डायरेक्शन बन गई। जे बिल्कुल नीचे होवे तो आप कहांगे साउथ, जे इधर होवे तो आप कहांगे ईस्ट। हुण इन्हां दोवां दी कॉमन किहड़ी होगी, तो आंसर आ गया साउथ ईस्ट। तो ऑप्शन चेक कर लो कितनी बनती है। ऑप्शन नंबर बी फोर्थ का की आएगा, ऑप्शन नंबर बी तो की आएगा साउथ ईस्ट, अपना जो करैक्ट आंसर आ जाएगा। नैक्सट क्वेश्चन है जी, अगेन तुहाडे कोल 30 सैकेंड का टाइम है, अटैम्प्ट करो। वट इज़ द शॉर्टेस्ट डिस्टेंस बिटवीन बिशप एंड पॉन 2। डायग्राम मैं तुहाडे सामने कर देना, बिशप ते पॉन 2 शॉर्टेस्ट डिस्टेंस। लो जी करो ट्राई। आ रहा बिशप और आ रहा पॉन 2, इन्हों दोवां दे विच आ वाला डिस्टेंस तुसीं फाइंड आउट करना कितना आएगा। हाँ जी, टाइम कंप्लीट होंदा है। बेसिकली पाइथागोरस थ्योरम लगनी सी किवें, अपने कोल हाइपोटेन्यूज फाइंड आउट आप करना सी। तो हाइपोटेन्यूज की वैल्यू अपने कोल गिवन नहीं हैगी। तो हाइपोटेन्यूज इज़ इक्वल टू बेस कितना अपने कोल गिवन है 8, तो दूसरा की है जेड़ा है ना, दूसरा परपेंडिकुलर गिवन है 6। तो 8 का स्केयर 64 + 6 का स्केयर 36। 100 इज़ इक्वल टू हाइपोटेन्यूज स्केयर। तेन मैं इस साइड सॉल्व कर देना जी। 100 इत्थे 100 इज़ इक्वल टू हाइपोटेन्यूज स्केयर। तो हाइपोटेन्यूज की वैल्यू कितनी आ गई, 10 आ गई। तो 10 आ गई, 10 मतलब आंसर की आएगा, ऑप्शन नंबर सी आंसर किया देगा 10 सेंटीमीटर। ठीक है, हाँ जी। नैक्सट क्वेश्चन थोड़ा ध्यान नाल अटैम्प्ट करियो, तुहाडे कोल अगेन 2 मिनट्स का टाइम है। इहदे रिलेटेड तुहानूं 3 क्वेश्चन मिलणगे। सारी गेम डायग्राम ते ध्यान नाल अटैम्प्ट करो।
हाँ जी ਤੁਹਾਡਾ टाइम बस ओवर ਹੁੰਦਾ है 4 सेकंड 3 2 and 1 देखो क्वेश्चन की क्या देर आर 6 person are comparing their height and all the person are a different height more than 2 person are taller than E ਹੁਣ ਮੇਰੇ ਕੋਲ 6 person है तो मैं ये कह सकता भी E तो कहना 2 तो ज़्यादा है E तो 2 तो ज़्यादा है तो एक पॉसिबिलिटी है E तो 2 तो ज़्यादा मतलब E तो 5 ਦੇ 5 ज़्यादा होने 1 2 3 4 5 ठीक है एक पॉसिबिलिटी है E तो सिर्फ 4 ज़्यादा होने 1 2 3 4 और बाकी है जेडे वो एक है जेड़ा वो E तो घट हो। अगली पॉसिबिलिटी की है भी E तो घट 2 होण ते E तो वध 1 2 3% है जेडे वो E तो वध होण। इस पॉसिबिलिटी दे नाल दोबारा ट्राई करो जे किसी दा नहीं बनी। हाँ जी अगर किसी का नहीं बनया होया तो आई होप कि उन्हें ट्राई कर लिया होएगा। उस तो बाद उन्हें हिंट की दिता है D इज़ ओनली छोटर दैन B D सिर्फ B तो छोटा है ना मतलब D बाकी सब तो वड्डा है तो आप इत्थे लिख दिन्ने आ D है जेड़ा सिर्फ वो B तो छोटा है इसदा मतलब D सिर्फ B तो छोटा है अगेन B ते D B ते D ठीक है। उस तो बाद बोथ A एंड F आर छोटर दैन C तो छोटे है A ते F लेकिन अगों ने क्या A इज़ नॉट द छोटेस्ट A छोटेस्ट नहीं हैगा तो कौन छोटेस्ट होएगा F छोटेस्ट होएगा। तेनों आप लिख सकते हैं C A ते F ठीक है। हुण एक गल देखो अगर मैं इत्थे लिखदा C हाँ जी अगर मैं इत्थे लिखदा D दे नीचे लिखदा C दैन लिखदा A दैन लिखदा F तो उन्हें गल कही है कि नाइदर A नोर F इज़ टोलर दैन E A ते F है ना जेडे वो E तो टोलर नहीं है मतलब आ अरेंजमेंट तो हो गया गलत इसदा मतलब आ भी अरेंजमेंट गलत होगा सैकेंड ऑप्शन भी गलत होएगी क्योंकि E तो A ते F छोटे है इसदा मतलब मैं जी आ चीज़ लिखी है CAF वाली ये लास्ट च इंप्लीमेंट हो जाएगी इत्थे C आ जाएगा इत्थे A आ जाएगा इत्थे F आ जाएगा बन गया ना अरेंजमेंट A D C E A F आ अरेंजमेंट बन गया ठीक है। हुण आपां नूं की कहा गया वट इज़ द पॉसीबल द हाइट ऑफ हाँ जी आ अरेंजमेंट तुसी देख लो पहला अरेंजमेंट देख लो दोबारा भी सब तो वड्डा कौन आया B फिर आया D फिर आया C फिर आया E फिर आया A फिर आया F अरेंजमेंट अपने को आ गया ठीक है। हुण उन्होंने एक गल ये कही है जेड़ा परसन सैकेंड टॉलेस्ट है ना उनकी हाइट 168 है मतलब D की हाइट इस हिसाब नाल कितनी होगी 168 और जेड़ा कहंदा फोर्थ टॉलेस्ट है 1 2 3 4 इनकी हाइट कितनी होगी इनकी हाइट होगी 152 सेंटीमीटर ठीक है। अपने को अरेंजमेंट बन गया। हुण उन्हें क्या किया क्वेश्चन नंबर फस्ट दे विच उन्हें ये गल कही है भी वट इज़ द हाइट ऑफ C की हाइट की है इत्थे पूछा गया वट इज़ द हाइट ऑफ C की हाइट की है। हुण पॉसिबिलिटी पूछी है वट इज़ द पॉसिबिलिटी कि C की हाइट की होएगी ठीक है।
ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜਾ D168 ਹੈ E152 ਹੈ ਤੇ ਇਹਨਾਂ ਦੋਵਾਂ ਦੇ ਵਿੱਚ ਆਏਗੀ ਪੋਸੀਬਿਲਿਟੀ ਤਾਂ ਆਪਸ਼ਨ ਨੰਬਰ C ਹੈ ਜਿਹੜੀ ਕਰੈਕਟ ਹੋਏਗੀ, ਕਿਉਂਕਿ 6 ਦਾ ਆਨਸਰ ਕੀ ਆ ਗਿਆ 160। ਕਿਉਂ? ਕਿਉਂਕਿ ਇਹਨਾਂ ਦੋਵਾਂ ਦਾ ਜਿਹੜਾ ਮਾਰਜਨ ਹੀ ਆਏਗਾ ਨਾ, ਜੇ E152 D168 ਹੈ ਤਾਂ ਇਹਨਾਂ ਦੋਵਾਂ ਦੇ ਸੈਂਟਰ 'ਚ ਹੀ ਆਏਗਾ, ਤਾਂ ਠੀਕ ਹੈ। ਤਾਂ ਕਿੰਨਾ ਆ ਗਿਆ C 160 ਸੈਂਟੀਮੀਟਰ। ਨੈਕਸਟ ਕੁਐਸਚਨ, ਇਫ ਦ ਲੋਐਸਟ ਹਾਈਟ ਇਜ਼ 7 ਸੈਂਟੀਮੀਟਰ ਲੈਸ ਦੈਨ E's ਹਾਈਟ, E ਦੀ ਹਾਈਟ ਤੋਂ 7 ਸੈਂਟੀਮੀਟਰ ਘੱਟ ਹੈ ਜਿਹੜੀ ਲੋਐਸਟ ਹੈ, ਤਾਂ ਲੋਐਸਟ F ਦੀ ਹੈ ਤਾਂ ਕਿੰਨੀ ਹੈ 145 ਸੈਂਟੀਮੀਟਰ ਹੋ ਗਿਆ, 145 ਸੈਂਟੀਮੀਟਰ ਹੋ ਗਿਆ। ਤਾਂ ਉਹਨੇ ਪੁੱਛਿਆ ਕੀ ਹੈ, ਉਹ ਕਹਿੰਦਾ ਵਟ ਇਜ਼ ਦਾ ਹਾਈਟ ਆਫ F, ਤਾਂ ਆਪਣੇ ਕੋਲ ਕਲੀਅਰ ਹੀ ਹੈ ਵੀ F ਦੀ ਫਿਰ ਹਾਈਟ ਕਿੰਨੀ ਆਏਗੀ, ਤਾਂ ਕਿੰਨੀ ਆਏਗੀ ਜੀ, ਸਭ ਨੂੰ ਪਤਾ ਲੱਗ ਗਿਆ ਹੋਊਗਾ 145 ਸੈਂਟੀਮੀਟਰ। ਨੈਕਸਟ, ਵਟ ਇਜ਼ ਦਾ ਪੋਸੀਬਲ ਸਮ ਆਫ ਹਾਈਟ ਆਫ B ਐਂਡ E, B ਤੇ E ਦੀ ਹਾਈਟ ਦਾ ਸਮ ਕੀ ਆਏਗਾ, ਤਾਂ B ਤੇ E ਦੀ ਹਾਈਟ ਦਾ ਸਮ। ਹੁਣ ਦੇਖੋ E ਦਾ ਹੈਗਾ 152 ਤੇ D ਦਾ ਹੈਗਾ 168, ਤੁਸੀਂ ਯਾਦ ਰੱਖਿਓ D 168 ਆਇਆ E 152 ਆਇਆ, ਤਾਂ ਆਪਣੇ ਕੋਲ ਕਿੰਨਾ ਆਇਆ D 168 ਤੇ E 152, ਇਹਨਾਂ ਦੋਵਾਂ ਦਾ ਜਦੋਂ ਮੈਂ ਟੋਟਲ ਕਰਦਾ ਤਾਂ ਇਹ ਬਣਦਾ ਪਿਆ 320। ਇਹ ਜਿਹੜਾ ਆਇਆ ਨਾ D ਤੇ E ਦਾ ਆਇਆ, ਲੇਕਿਨ B ਹੈ ਜਿਹੜਾ ਉਹ ਸਭ ਤੋਂ ਵੱਡਾ ਹੈ, ਇਹਦਾ ਮਤਲਬ ਹਾਈਟ ਹੋਰ ਚਾਹੀਦੀ ਹੈ, ਤਾਂ ਸਭ ਤੋਂ ਵੱਡੀ ਹਾਈਟ ਕਿਹੜੀ ਆ ਗਈ ਪੋਸੀਬਿਲਿਟੀ ਦੇ ਵਿੱਚ, ਤਾਂ 321 ਹੋ ਗਿਆ ਨਾ, ਕਿਉਂਕਿ ਇੱਧਰ ਦੇਖੋ ਡਾਇਗਰਾਮ ਦੇ ਅਕੋਰਡਿੰਗ, ਡਾਇਗਰਾਮ ਦੇ ਅਕੋਰਡਿੰਗ ਹੈ ਜਿਹੜਾ D ਤੇ E ਹੈ ਜਿਹੜੇ ਉਹ 320 ਹੈ, ਲੇਕਿਨ ਉਹਨੇ ਪੁੱਛਿਆ ਕੀ ਹੈ B ਤੇ E, ਉਹਨੇ ਇਹਨਾਂ ਦੋਵਾਂ ਦਾ ਪੁੱਛਿਆ, ਜੇ ਮੈਂ ਕਹਾਂ ਵੀ D ਤੇ E ਦਾ ਫਿਰ ਤਾਂ ਆ ਜਾਏਗਾ ਠੀਕ ਹੈ 320, ਉਹਨੇ ਪੁੱਛਿਆ B ਤੇ E ਦਾ ਦੇਖੋ ਪੁੱਛਿਆ, ਤੇ B ਤੇ E ਦਾ ਜੇ ਪੁੱਛਿਆ ਤਾਂ ਕਿੰਨਾ ਹੋ ਜਾਏਗਾ, ਫਿਰ ਆਪਾਂ ਪੋਸੀਬਿਲਿਟੀ ਪੁੱਛੀਏ ਤਾਂ ਪੋਸੀਬਿਲਿਟੀ ਕੀ ਆ ਗਈ 320 ਸੈਂਟੀਮੀਟਰ। ਠੀਕ ਹੈ ਜੀ, ਅਗਲਾ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ। ਅਗੇਨ ਤੁਹਾਡੇ ਕੋਲ ਹੁਣ 1 ਮਿੰਟ ਦਾ ਟਾਈਮ ਹੈ ਜੀ, ਡੂ ਇਟ ਫਾਸਟ। ਹਾਂਜੀ, ਟਾਈਮ ਓਵਰ ਹੁੰਦਾ। ਉਹਨੇ ਕਿਹਾ ਸੀ ਅਗਰ ਇਹਨਾਂ ਨੰਬਰਸ ਨੂੰ ਆਪਾਂ ਡਿਸੈਂਡਿੰਗ ਆਰਡਰ 'ਚ ਅਰੇਂਜ ਕਰੀਏ, ਡਿਸੈਂਡਿੰਗ ਮਤਲਬ ਵੱਡੇ ਤੋਂ ਛੋਟੇ ਵੱਲ ਨੂੰ ਅਰੇਂਜ ਕਰੀਏ, ਤਾਂ 8 7 6 5 4 3 2 ਤੇ 1। ਉਹਨੇ ਪੁੱਛਿਆ ਸੀ ਵਟ ਇਜ਼ ਦਾ ਡਿਫਰੈਂਸ ਬਿਟਵੀਨ ਫਸਟ ਐਂਡ 6th ਡਿਜਿਟ ਫਰੋਮ ਦਾ ਲੈਫਟ ਹੈਂਡ। ਫਸਟ ਤਾਂ ਹੋ ਗਿਆ ਆਪਣਾ 8, ਤਾਂ ਮਤਲਬ 8, ਉਸ ਤੋਂ ਬਾਅਦ 6th 1 2 3 4 5 ਤੇ 6, ਉਸ ਤੋਂ ਬਾਅਦ ਕਿੰਨਾ ਆ ਗਿਆ 3, ਕਿਉਂਕਿ 6 ਆਪਣੇ ਕੋਲ 3 ਪਿਆ, ਇਹਨਾਂ ਦੋਵਾਂ ਦਾ ਡਿਫਰੈਂਸ ਕਿੰਨਾ ਆ ਗਿਆ 5, ਤੇ ਉਹਨੇ ਇਹੀ ਤਾਂ ਪੁੱਛਿਆ ਸੀ, ਤਾਂ ਆਨਸਰ ਕੀ ਆ ਗਿਆ ਆਪਸ਼ਨ ਨੰਬਰ C, ਕਰੈਕਟ ਆਨਸਰ। ਹਾਂਜੀ, ਲਾਸਟ ਕੁਐਸਚਨ ਹੈ। ਕੁਐਸਚਨ ਥੋੜਾ ਲੰਬਾ ਹੈ, ਮੈਂ ਤੁਹਾਨੂੰ 90 ਸੈਕਿੰਡ ਦੇ ਰਿਹਾ, ਡੂ ਇਟ ਨਾਓ। ਹਾਂਜੀ, ਉਹਨੇ ਆਪਣੇ ਕੋਲ ਇਹ ਗੱਲ ਕਹੀ ਹੋਈ ਹੈ, ਮੈਂ ਥੋੜ੍ਹਾ ਸਮਝਾ ਵੀ ਦਿੰਦਾ ਵੀ ਪਹਿਲਾ ਅਤੇ ਤੀਜਾ ਇੰਟਰਚੇਂਜ ਕੀਤੇ ਜਾਂਦੇ ਹੈ, ਦੂਜਾ ਅਤੇ ਚੌਥਾ ਇੰਟਰਚੇਂਜ ਕੀਤੇ ਜਾਂਦੇ ਹੈ। ਉਸ ਤੋਂ ਬਾਅਦ ਉਹ ਕਹਿੰਦਾ 5th ਅਤੇ 7th
5th ਤੇ 7th ਇੰਟਰਚੇਂਜ ਕੀਤੇ ਜਾਂਦੇ ਆ। ਠੀਕ ਹੈ, ਤਾਂ ਉਹਨੇ ਪੁੱਛਿਆ ਐਂਡ ਸੋਨ, ਐਵੇਂ ਹੀ ਪੋਜੀਸ਼ਨ ਜਿਹੜੀਆਂ ਚੇਂਜ ਹੁੰਦੀਆਂ ਰਹਿਣਗੀਆਂ। ਤਾਂ ਉਹਨੇ ਪੁੱਛਿਆ ਵਟ ਇਜ਼ ਦਾ 4th ਕੌਂਸਨੈਂਟ ਟੂ ਦਾ ਲੈਫਟ ਆਫ ਲਾਸਟ ਵੋਵਲ ਇਨ ਦਾ ਨਿਊ ਵਰਡ। ਤੁਸੀਂ ਟਰਾਈ ਕਰੋ, ਅਗਰ ਨਾ ਪਤਾ ਲੱਗੇ ਤਾਂ ਮੈਂ ਵਿਦਿਨ 1 ਮਿੰਟ ਹੈ ਜਿਹੜਾ ਉਹ ਤੁਹਾਨੂੰ ਐਕਸਪਲੇਨ ਕਰ ਦੂੰਗਾ। ਹਾਂਜੀ, ਤੁਹਾਡਾ ਟਾਈਮ ਹੋ ਚੁੱਕਾ ਹੈ, ਮੈਂ ਐਕਸਪਲੇਨ ਕਰਦਾ। ਵਰਡ ਸੀ BREAKING, ਬ੍ਰੇਕਿੰਗ, ਫਿਰ ਆ ਗਿਆ ਨਿਊਜ਼। ਠੀਕ ਹੈ, ਉਹਨੇ ਇਹ ਗੱਲ ਕਹੀ ਹੈ ਵੀ ਪਹਿਲਾ ਤੇ ਤੀਸਰਾ ਇੰਟਰਚੇਂਜ ਕਰਤਾ। ਪਹਿਲਾਂ ਤਾਂ ਤੀਸਰਾ ਇੰਟਰਚੇਂਜ ਕੀਤਾ ਤਾਂ ਕੀ ਆ ਗਿਆ EB। ਫਿਰ ਉਹ ਕਹਿੰਦਾ ਉਸ ਤੋਂ ਬਾਅਦ ਉਹਨੇ ਕੀ ਕਿਹਾ, ਉਹ ਕਹਿੰਦਾ ਉਸ ਤੋਂ ਬਾਅਦ ਸੈਕਿੰਡ ਤੇ 4th ਇੰਟਰਚੇਂਜ ਕਰਤਾ ਤਾਂ ਇੱਥੇ ਆ ਗਿਆ A, ਇੱਥੇ ਆ ਗਿਆ R, ਕਿਉਂਕਿ ਸੈਕਿੰਡ ਤੇ 4th ਇੰਟਰਚੇਂਜ ਹੋ ਗਿਆ। ਉਸ ਤੋਂ ਬਾਅਦ ਉਹ ਕਹਿੰਦਾ 5th ਤੇ 7th ਇੰਟਰਚੇਂਜ ਕਰ ਦਿਓ। 5th ਤੇ 7th ਇੰਟਰਚੇਂਜ ਕੀਤਾ ਤਾਂ 5th 6th 7th ਇੱਥੇ ਆ ਗਿਆ N, ਔਰ ਇੱਥੇ ਆ ਗਿਆ 5th 6th 7th, ਇੱਥੇ ਆ ਗਿਆ K। ਫਿਰ ਇਹਦਾ ਮਤਲਬ ਉਹ ਕਹੇਗਾ 6th ਤੇ 8th ਚੇਂਜ ਕਰ ਦਿਓ। ਇਹਦਾ ਮਤਲਬ ਇੱਥੇ ਆ ਜਾਏਗਾ G, ਇੱਥੇ ਆ ਜਾਏਗਾ I। ਇਹਦਾ ਮਤਲਬ ਹੁਣ ਉਹ ਨੈਕਸਟ ਕਹੇਗਾ N ਤੇ S ਨੂੰ ਚੇਂਜ ਕਰ ਦਿਓ, ਹੈ ਨਾ। ਤਾਂ ਇੱਥੇ ਆ ਜਾਊਗਾ, ਇਹਨੂੰ ਆਪਾਂ ਡਾਇਰੈਕਟ ਲਿਖ ਦਿੰਦੇ ਹਾਂ। ਪਹਿਲਾਂ ਆ ਦੋਨੋਂ ਆਪਸ 'ਚ ਚੇਂਜ ਹੋਣਗੇ, ਫਿਰ E ਤੇ S ਹੋਣਗੇ, ਸੋਰੀ ਵੀ ਪਹਿਲਾਂ N ਤੇ W ਆਪਸ 'ਚ ਇੰਟਰਚੇਂਜ ਹੋਣਗੇ, ਫਿਰ E ਤੇ S ਹੋਣਗੇ। ਤਾਂ ਇਹਦਾ ਮਤਲਬ ਇੱਥੇ ਆ ਗਿਆ W, ਇੱਥੇ ਆ ਗਿਆ S, ਇੱਥੇ ਆ ਗਿਆ N, ਇੱਥੇ ਆ ਗਿਆ N, ਔਰ ਇੱਥੇ ਆ ਗਿਆ E। ਠੀਕ ਹੈ, ਆਹ ਇੰਟਰਚੇਂਜ ਕਰਨ ਤੋਂ ਬਾਅਦ ਆ ਗਿਆ। ਠੀਕ ਹੈ, ਹੁਣ ਉਹਨੇ ਪੁੱਛਿਆ ਕੀ ਹੈ, ਉਹਨੇ ਪੁੱਛਿਆ ਜੀ then which of the following would be the first consonant to the left of last vowel। ਪਹਿਲੀ ਗੱਲ ਲਾਸਟ ਵੋਵਲ ਮੇਰੇ ਕੋਲ ਕਿਹੜਾ ਦਿੱਤਾ ਹੈ, ਤਾਂ ਮੇਰੇ ਕੋਲ ਜਿਹੜਾ ਲਾਸਟ ਵੋਵਲ ਦਿੱਤਾ ਹੈ ਜੀ ਉਹ ਦਿੱਤਾ ਹੈ E। ਲਾਸਟ ਵੋਵਲ ਤੋਂ 5th ਕੌਂਸਨੈਂਟ, ਫਸਟ ਕੌਂਸਨੈਂਟ, ਸੈਕਿੰਡ ਕੌਂਸਨੈਂਟ, ਥਰਡ ਕੌਂਸਨੈਂਟ, ਫਸਟ ਸੈਕਿੰਡ ਥਰਡ। ਤਾਂ ਉਹਨੇ ਪੁੱਛਿਆ ਆਪਾਂ ਨੂੰ 4th ਕੌਂਸਨੈਂਟ, ਸੋਰੀ ਆ ਤਾਂ I ਤਾਂ ਇੱਕ ਵੋਵਲ ਹੈ, ਤਾਂ 4th ਕੌਂਸਨੈਂਟ ਕੀ ਹੋ ਗਿਆ K। ਤਾਂ ਆਨਸਰ ਮੇਰਾ ਕੀ ਆ ਗਿਆ, ਆਪਸ਼ਨ ਨੰਬਰ A, K ਆਨਸਰ ਆ ਗਿਆ। ਮੈਂ ਕੁਐਸਚਨ ਫਿਰ ਸਮਝਾ ਦਿੰਦਾ। ਕੁਐਸਚਨ 'ਚ ਆਪਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਕੀ ਕਰੋ, ਫਸਟ ਤੇ ਥਰਡ ਨੂੰ ਇੰਟਰਚੇਂਜ ਕਰ ਦਿਓ, ਸੈਕਿੰਡ ਤੇ 4 ਨੂੰ ਇੰਟਰਚੇਂਜ ਕਰ ਦਿਓ। ਫਸਟ ਥਰਡ ਇੰਟਰਚੇਂਜ ਕਰਤਾ, ਸੈਕਿੰਡ 4 ਕਰਤਾ। ਫਿਰ ਉਹ ਕਹਿੰਦਾ 5 7 ਕਰ ਦਿਓ, 6 8 ਕਰ ਦਿਓ। ਮਤਲਬ ਈਵਨ ਨੂੰ ਈਵਨ ਨਾਲ ਕਰ ਰਿਹਾ, ਓਡ ਨੂੰ ਓਡ ਨਾਲ ਕਰਤਾ, ਆਪਾਂ ਕਰੀਏ। ਉਸ ਤੋਂ ਬਾਅਦ ਉਹ ਕੀ ਕਹਿੰਦਾ, ਤੁਸੀਂ ਜਦੋਂ ਇੰਟਰਚੇਂਜ ਕਰਨ ਤੋਂ ਬਾਅਦ ਲਾਸਟ ਜੋ ਵੋਵਲ ਆਇਆ ਇਹਦੇ ਤੋਂ 4th ਕੌਂਸਨੈਂਟ ਦੱਸਣਾ ਤੁਸੀਂ ਲੈਫਟ ਤੇ। ਫਸਟ ਸੈਕਿੰਡ ਥਰਡ I ਤਾਂ ਇੱਕ ਵੋਵਲ ਆ ਗਿਆ ਤਾਂ ਇਹਨੂੰ ਛੱਡਤਾ, ਤਾਂ ਆਨਸਰ ਕੀ ਆ ਗਿਆ, K ਆ ਗਿਆ। ਠੀਕ ਹੈ ਜੀ, ਇਹ ਆਪਣੇ ਰੀਜ਼ਨਿੰਗ ਦੇ ਜਿਹੜੇ ਅੱਜ ਦੇ 10 ਕੁਐਸਚਨ ਸੀ। ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਦੇ ਲਈ। ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਔਰ ਸਬਸਕ੍ਰਾਈਬ ਚੈਨਲ ਨੂੰ ਕਰਨਾ ਨਾ ਭੁੱਲੋ। ਬਿਕੋਜ਼ ਤੁਹਾਡੀ ਜੋ ਅੱਗੋਂ ਨਾਲ ਸਾਨੂੰ ਸੁਜੈਸ਼ਨ ਦਿਓ, ਬਿਕੋਜ਼ ਜੋ ਤੁਹਾਡੀਆਂ ਸੁਜੈਸ਼ਨਸ ਹੈ ਇਹ ਸਾਨੂੰ ਇੰਪਰੂਵ ਕਰਨ ਦੇ ਵਿੱਚ ਹੋਰ ਹੈਲਪ ਕਰਨਗੀਆਂ। ਅਤੇ ਐਵੇਂ ਹੀ ਆਪਾਂ ਸੀਰੀਜ਼ ਹੈ ਜਿਹੜੀ ਪ੍ਰੈਕਟਿਸ ਹੈ ਇਹਦੀ ਕਰਦੇ ਰਹਾਂਗੇ। ਥੈਂਕਸ ਏ ਲੋਟ ਜੀ।